हाँ जी, ਸਮੁੱਚੇ ਪੰਜਾਬ ਵਾਸੀਆਂ ਨੂੰ ਦਾਸ ਭਾਈ ਮਾਨ ਸਿੰਘ ਜੰਡੌਲੀ ਉਹਨਾਂ ਵੱਲੋਂ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬੀਓ, ਹੁਣੇ ਹੀ ਆਪਾਂ ਪੰਜਾਬ ਦੇ ਇਲੈਕਸ਼ਨ ਤੇ ਉਸ ਤੋਂ ਬਾਅਦ ਆਏ ਨਤੀਜਿਆਂ ਨੂੰ ਵੇਖਿਆ। ਹਾਲਾਂਕਿ ਜਿਹੜੇ ਪੰਜਾਬ ਇਲੈਕਸ਼ਨ ਦੇ ਨਤੀਜੇ ਆਏ ਨੇ ਉਹ ਸਾਰੀਆਂ ਪਾਰਟੀਆਂ ਦੇ ਵਾਸਤੇ, ਸਮੁੱਚੀ ਪੰਜਾਬ ਦੀ ਜਨਤਾ ਨੂੰ ਹੈਰਾਨ ਕਰਨ ਵਾਲੇ ਨੇ। ਪਰ ਕਿਤੇ ਨਾ ਕਿਤੇ ਸਾਥੀਓ, ਇਹਨਾਂ ਨਤੀਜਿਆਂ ਦੇ ਪਿੱਛੇ ਜਿਹੜਾ ਲੋਕਾਂ ਦਾ ਇੱਕ ਰੋਹ ਸੀ ਨਾ, ਇੱਕ ਨਾਰਾਜ਼ਗੀ ਸੀ, ਇੱਕ ਗੁੱਸਾ ਸੀ ਪ੍ਰਸ਼ਾਸਨ ਦੇ ਖਿਲਾਫ, ਸਥਾਪਿਤ ਰਾਜਨੀਤੀ ਦੇ ਖਿਲਾਫ ਜਿਹੜਾ ਇੱਕ ਲੋਕਾਂ ਦਾ ਗੁੱਸਾ ਸੀ, ਅਸੀਂ ਸਮਝਦੇ ਹਾਂ ਵੀ ਉਹ ਇੱਕ ਪ੍ਰਵਾਹ ਦੇ ਰੂਪ ਦੇ ਵਿੱਚ, ਇੱਕ ਵੇਗ ਦੇ ਰੂਪ ਦੇ ਵਿੱਚ, ਨਤੀਜਿਆਂ ਦੇ ਰੂਪ 'ਚ ਸਾਡੇ ਸਾਹਮਣੇ ਆਇਆ ਹੈ। ਸਾਥੀਓ, ਕ੍ਰਮਵਾਰ ਆਪਾਂ ਅੱਜ ਗੱਲ ਕਰਾਂਗੇ ਪਾਰਟੀਆਂ ਦੀ ਕਾਰਗੁਜ਼ਾਰੀ ਤੇ। ਜਿਵੇਂ ਕਿ ਅਸੀਂ ਭਲੀ ਭਾਂਤ ਜਾਣਦੇ ਹਾਂ ਵੀ ਸਾਡੇ ਪੰਜਾਬ ਦੇ ਵਿੱਚ ਵੈਸੇ ਤੇ ਛੋਟੀਆਂ ਮੋਟੀਆਂ ਤੇ ਕਈ ਪਾਰਟੀਆਂ ਬਣ ਗਈਆਂ ਸੀ, ਪਰ ਮੁੱਖ ਰੂਪ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਵੀ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਤੇ ਆਮ ਆਦਮੀ ਪਾਰਟੀ, ਮੁੱਖ ਰੂਪ ਦੇ ਵਿੱਚ ਜਿਹੜਾ ਮੁਕਾਬਲਾ ਸੀ ਉਹ ਇਹਨਾਂ ਦਾ ਹੀ ਸੀ। ਤੇ ਕਿਸਾਨ ਮੋਰਚਾ, ਭਾਰਤੀ ਜਨਤਾ ਪਾਰਟੀ, ਸੰਯੁਕਤ ਅਕਾਲੀ ਦਲ, ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ, ਹਾਲਾਂਕਿ ਐਤਕੀ ਪਾਰਟੀਆਂ ਤਾਂ ਪੰਜਾਬੀਓ ਕਾਫੀ ਹੋ ਗਈਆਂ ਸੀ, ਪਰ ਮੁੱਖ ਜਿਹੜਾ ਮੁਕਾਬਲਾ ਸੀ ਉਹ ਇਹਨਾਂ ਤਿੰਨਾਂ ਪਾਰਟੀਆਂ ਦੇ ਵਿੱਚ ਹੀ ਸੀ। ਤੇ ਜਦੋਂ ਕੁਝ ਦਿਨ ਪਹਿਲਾਂ ਇੱਕ ਸਰਵੇਖਣ ਹੋਇਆ ਤੇ ਉਹਨਾਂ ਉਸ ਸਰਵੇਖਣ ਦੇ ਵਿੱਚ ਸਾਰੀਆਂ ਪਾਰਟੀਆਂ ਨੂੰ, ਕਿਸੇ ਨੂੰ 30, ਕਿਸੇ ਨੂੰ 35, ਕਿਸੇ ਨੂੰ 38 ਦੇ ਕਰੀਬ ਜਿਹੜੀਆਂ ਸੀਟਾਂ ਸੀ ਉਹ ਜਿਹੜੇ ਚੈਨਲਸ ਸੀ ਉਹਨਾਂ ਵੱਲੋਂ ਦਿੱਤੀਆਂ ਜਾ ਰਹੀਆਂ ਸੀ। ਪਰ ਜਦੋਂ ਨਤੀਜੇ ਆਏ ਨੇ ਉਹ ਬਿਲਕੁਲ ਸਾਰੇ ਸਰਵੇਖਣਾਂ ਨੂੰ ਫੇਲ ਕਰਦਿਆਂ ਹੋਇਆਂ ਕਲੀਅਰ ਕੱਟ ਮੈਜੋਰਿਟੀ ਦੇ ਨਾਲ ਆਮ ਆਦਮੀ ਪਾਰਟੀ ਜਿਹੜੀ ਉਹ ਸਰਕਾਰ ਦੇ ਵਿੱਚ ਆਈ ਹੈ। ਸਾਥੀਓ, ਕਾਂਗਰਸ ਦਾ ਰਾਜ ਪਿਛਲੇ 5 ਸਾਲ ਤੋਂ ਅਸੀਂ ਲਗਾਤਾਰ ਵੇਖ ਰਹੇ ਸਾਂ। ਸਾਡੇ ਪੰਜਾਬੀ ਭਰਾ ਪਿਛਲੇ 5 ਸਾਲ ਤੋਂ ਲਗਾਤਾਰ ਕਾਂਗਰਸ ਦਾ ਜਿਹੜਾ ਰਾਜ ਸੀ ਉਹਦੀ ਰਾਜ ਕਰਨ ਦੀ ਸ਼ੈਲੀ ਸੀ ਜਿਹੜੀ ਉਹ ਵੇਖ ਰਹੇ ਸਨ। ਤੇ ਪਿਛਲੇ 5 ਸਾਲਾਂ ਦੇ ਵਿੱਚ ਬੇਰੁਜ਼ਗਾਰੀ ਦੇ ਵਿੱਚ ਵੱਡੇ ਪੱਧਰ ਤੇ ਵਾਧਾ ਹੋਣਾ, ਸਕੂਲੀ ਸਿੱਖਿਆ ਦਾ ਇੱਕਦਮ ਫਰੀਜ਼ ਹੋ ਜਾਣਾ, ਸਿਹਤ ਸਹੂਲਤਾਂ ਦਾ ਅਸਤ ਵਿਅਸਤ ਹੋ ਜਾਣਾ, ਤੇ ਸਭ ਤੋਂ ਵੱਡੀ ਦੁੱਖ ਦੀ ਗੱਲ ਇਹ ਕਿ ਜਿਹੜੇ ਸੱਤਾ ਦੇ ਵਿੱਚ ਸੀ ਜਿਹੜੇ ਲੋਕ, ਉਹਨਾਂ ਨੂੰ ਇਸ ਗੱਲ ਦੀ ਪਰਵਾਹ ਹੀ ਨਹੀਂ ਸੀ ਹੈਗੀ ਵੀ ਆਮ ਮਨੁੱਖ ਦਾ, ਆਮ ਜਨ ਮਾਨਸ ਦਾ ਜਿਹੜਾ ਜੀਵਨ ਹੈ ਉਹ ਕਿਸ ਤਰ੍ਹਾਂ ਦਾ ਬਤੀਤ ਹੋ ਰਿਹਾ। ਨਹੀਂ ਸੀ ਪਰਵਾਹ ਉੱਚ ਅਹੁਦਿਆਂ ਤੇ ਬੈਠੇ ਹੋਏ ਲੀਡਰ ਸਾਹਿਬਾਨ ਨੂੰ। ਉਹਨਾਂ ਨੇ ਲਗਾਤਾਰ 4.5 ਸਾਲ ਕਿਸੇ ਨੂੰ ਦਰਸ਼ਨ ਨਹੀਂ ਦਿੱਤੇ, ਕਿਸੇ ਦੇ ਨਾਲ ਮੇਲ ਮਿਲਾਪ ਨਹੀਂ ਕੀਤਾ। ਭਾਵ ਲੋਕਾਂ ਦੇ ਨਾਲ ਜਿਹੜੀ ਇੱਕ ਸੀ ਨਾ ਸਰਕਾਰ ਦਾ ਰਾਬਤਾ, ਉਹ ਨਹੀਂ ਸੀ ਬਣ ਸਕਿਆ। ਲੋਕ ਆਪਣੇ ਨਿੱਤ ਦੇ ਕੰਮ ਕਾਜ ਕਰਵਾਉਣ ਵਾਸਤੇ ਖੱਜਲ ਖਵਾਰ ਹੋ ਰਹੇ ਸੀ, ਪਰ ਕੋਈ ਸੁਣਨ ਵਾਲਾ ਨਹੀਂ ਸੀਗਾ। ਤੇ ਜਿਹੜਾ ਲੋਕਾਂ ਦੇ ਮਨਾਂ 'ਚ ਰੋਹ ਸੀ, ਸਰਦਾਰ ਚਰਨਜੀਤ ਸਿੰਘ ਚੰਨੀ
ਉਹ ਜਿਹੜੇ ਪਿਛਲੇ ਸਮੇਂ 100 ਕੁ ਦਿਨ ਵਾਸਤੇ ਲਗਭਗ ਮੁੱਖ ਮੰਤਰੀ ਬਣੇ ਤੇ ਸਾਥੀਓ ਉਹਨਾਂ ਨੇ ਵੀ ਮੁੱਖ ਮੰਤਰੀ ਅਹੁਦੇ ਦੇ ਮੁਤਾਬਕ ਆਚਰਣ ਨਹੀਂ ਕੀਤਾ। ਉਹਨਾਂ ਨੇ ਵੀ ਹਾਲਾਂਕਿ ਕਾਂਗਰਸ ਨੇ ਇੱਕ ਦਲਿਤ ਜਿਹੜਾ ਪੱਤਾ ਖੇਡਿਆ ਸੀ, ਪਰ ਚੰਨੀ ਸਾਹਿਬ ਹੋਰਾਂ ਨੇ ਵੀ ਮਜ਼ਾਕੀਆ ਲਹਿਜੇ ਦੇ ਵਿੱਚ ਹੀ ਜੋ ਕੁਝ ਵੀ ਕੀਤਾ ਉਹ ਇੱਕ ਗੰਭੀਰਤਾ ਤੋਂ ਵੀ ਹੋਣਾ ਸੀ। ਉਹਦੇ 'ਚ ਕੋਈ ਡੂੰਘਾਈ ਵਾਲੀ ਕੋਈ ਗੱਲ ਨਹੀਂ ਸੀ। ਚੰਨੀ ਸਾਹਿਬ ਜਿਹੜੀ ਵੀ ਗੱਲ ਕਰਦੇ ਸੀ ਨਾ ਤੇ ਉਹ ਮਜ਼ਾਕ ਦਾ ਪਾਤਰ ਹੀ ਬਣ ਜਾਂਦੇ ਸੀ ਤੇ ਲੋਕਾਂ ਨੇ ਇਹ ਸੋਚਿਆ ਜੇਕਰ ਇਸੇ ਸਰਕਾਰ ਨੂੰ ਰਿਪੀਟ ਕਰ ਦਿੱਤਾ ਜਾਂਦਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਨਤੀਜੇ ਜਿਹੜੇ ਉਹ ਇਸੇ ਤਰ੍ਹਾਂ ਦੇ ਹੀ ਨਿਕਲਣੇ ਨੇ। ਗੰਭੀਰਤਾ ਦੀ ਘਾਟ, ਇੱਕ ਸਿਆਣੇਪਣ ਦੀ ਘਾਟ ਸਰਕਾਰ ਦੇ ਵਿੱਚ ਨਜ਼ਰ ਆਈ ਲੋਕਾਂ ਨੂੰ ਤੇ ਜਿਸ ਕਰਕੇ ਕਾਂਗਰਸ ਨੂੰ ਰਿਪੀਟ ਕਰਨਾ ਲੋਕਾਂ ਨੇ ਸਹੀ ਨਹੀਂ ਸਮਝਿਆ। ਹਾਂ, ਜਿਹੜੇ ਵੱਡੇ ਵੱਡੇ ਥੰਮ ਸੀ ਜਿਵੇਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਨਵਜੋਤ ਸਿੰਘ ਸਿੱਧੂ, ਬੀਬੀ ਰਜਿੰਦਰ ਕੌਰ ਭੱਠਲ ਤੇ ਹੋਰ ਕਾਂਗਰਸ ਦੇ ਜਿਹੜੇ ਥੰਮ ਸੀ, ਵੱਡੇ ਵੱਡੇ ਲੀਡਰ ਸਾਹਿਬਾਨ ਸੀ, ਉਹਨਾਂ ਦਾ ਵੀ ਸਾਥੀਓ ਸਮੇਂ ਦੇ ਨਾਲ ਚੱਲ ਸਕਣਾ ਸੰਭਵ ਨਹੀਂ ਹੋ ਸਕਿਆ। ਸਿੱਧੂ ਸਾਹਿਬ ਤੇ ਆਪਣੀ ਬੋਲਚਾਲ ਕਰਕੇ ਹੀ, ਆਪਣੀ ਸ਼ਬਦਾਵਲੀ ਕਰਕੇ ਹੀ ਲੋਕਾਂ ਦੇ ਦਿਲਾਂ ਤੋਂ ਉਤਰ ਗਏ ਤੇ ਕੈਪਟਨ ਸਾਹਿਬ ਸੀ ਜਿਹੜੇ ਉਹ ਮਹਿਲਾਂ ਚੋਂ ਬਾਹਰ ਹੀ ਨਹੀਂ ਸੀ ਆਉਂਦੇ। ਉਹਨਾਂ ਦਾ ਆਮ ਲੋਕਾਂ ਨਾਲ ਕੋਈ ਰਾਬਤਾ ਹੀ ਨਹੀਂ ਸੀ ਹੈਗਾ। ਸੋ ਕਹਿਣ ਤੋਂ ਭਾਵ ਪ੍ਰਸ਼ਾਸਨਿਕ ਫੇਲਿਅਰ ਪਿਛਲੀ ਸਰਕਾਰ ਦਾ ਜਿਹੜਾ ਰਿਹਾ, ਲੋਕਾਂ ਨੇ, ਪੰਜਾਬੀਆਂ ਨੇ ਇਸ ਕਰਕੇ ਕਾਂਗਰਸ ਨੂੰ ਰਿਪੀਟ ਨਹੀਂ ਕੀਤਾ। ਤੇ ਰਹੀ ਪੰਜਾਬੀਆਂ ਦੀ ਮਾਂ ਪਾਰਟੀ, ਜਿਵੇਂ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਅਕਸਰ ਇਹ ਜ਼ਿਕਰ ਕਰਦੇ ਰਹਿੰਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬੀਆਂ ਦੀ ਮਾਂ ਪਾਰਟੀ ਹੈ। ਸਾਥੀਓ, ਅਸੀਂ ਅਕਸਰ ਇੱਕ ਗੱਲ ਕਰਦੇ ਹੁੰਦੇ ਆ ਵੀ ਜੇ ਮਾਂ ਹੀ ਪੁੱਤਰ ਨੂੰ ਜ਼ਹਿਰ ਦੇਣ ਲੱਗ ਜਾਵੇ ਤੇ ਫਿਰ ਉਸ ਪੁੱਤਰ ਦਾ ਰਾਖਾ ਕੌਣ ਹੈ? ਇਹ ਠੀਕ ਹੈ ਵੀ ਮਾਂ ਬੱਚਿਆਂ ਵਾਸਤੇ ਸਤਿਕਾਰਯੋਗ ਹੁੰਦੀ ਹੈ, ਪੂਜਣਯੋਗ ਹੁੰਦੀ ਹੈ, ਪਰ ਸਾਥੀਓ ਜੇ ਮਾਂ ਹੀ ਬੱਚਿਆਂ ਨੂੰ ਜ਼ਹਿਰ ਦੇਣ ਲੱਗ ਜਾਏ ਤੇ ਫਿਰ ਉਹ ਬੱਚਿਆਂ ਵਾਸਤੇ ਸਤਿਕਾਰਯੋਗ ਨਹੀਂ ਰਹਿ ਜਾਂਦੀ, ਪੂਜਣਯੋਗ ਨਹੀਂ ਰਹਿ ਜਾਂਦੀ। ਪਿਛਲੇ ਸਮੇਂ ਦੇ ਵਿੱਚ ਜਦੋਂ ਤੋਂ ਬੇਅਦਬੀਆਂ ਦਾ ਜਿਹੜਾ ਕਾਂਡ ਹੋਇਆ, ਉਹ ਹਾਲਾਂਕਿ ਜਿਹੜੀ ਇੱਕ ਲੋਕ ਆਵਾਜ਼ ਹੈ, ਲੋਕਾਂ ਦੀ ਜਿਹੜੀ ਆਵਾਜ਼ ਹੈ, ਲੋਕ ਇਕਮੁੱਠ ਹੋ ਕੇ ਇਹ ਗੱਲ ਕਹਿ ਰਹੇ ਨੇ ਵੀ ਇਹਨਾਂ ਬੇਅਦਬੀਆਂ ਦੇ ਪਿੱਛੇ ਮੌਜੂਦਾ ਸਰਕਾਰ ਦਾ ਜਿਹੜਾ ਹੱਥ ਸੀ ਜਾਂ ਜ਼ਿੰਮੇਵਾਰੀ ਸੀ ਜਿਹੜੀ ਉਹ ਉਸ ਸਮੇਂ ਦੀ ਤਤਕਾਲੀਨ ਸਰਕਾਰ ਦੀ ਬਣਦੀ ਸੀ। ਤੇ ਬਿਨਾਂ ਸ਼ੱਕ ਇਹ ਗੱਲ ਹੈ ਵੀ ਸਹੀ। ਸ਼੍ਰੋਮਣੀ ਅਕਾਲੀ ਦਲ ਬੇਅਦਬੀਆਂ ਦਾ ਮੁੱਦਾ ਸੀ ਜਿਹੜਾ ਉਹਨੂੰ ਸਹੀ ਤਰੀਕੇ ਦੇ ਨਾਲ ਹੈਂਡਲ ਨਹੀਂ ਕਰ ਸਕਿਆ। ਉਹਦੀ ਜਾਂਚ ਸਹੀ ਤਰੀਕੇ ਦੇ ਨਾਲ ਨਹੀਂ ਹੋਈ, ਜਿਹਦੇ ਕਰਕੇ ਲੋਕਾਂ ਦੇ ਵਿੱਚ ਇੱਕ ਭਰੋਸਾ ਨਹੀਂ ਕਾਇਮ ਹੋ ਸਕਿਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਤੀ। ਤੇ ਪੰਜਾਬੀਓ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡੇ ਵਾਸਤੇ ਸਰਵੋਪਰੀ ਨੇ। ਲੀਡਰ ਕੋਈ ਵੀ ਹੋਵੇ ਉਹ ਸਾਡੇ ਵਾਸਤੇ ਸਤਿਕਾਰਯੋਗ ਤੇ ਹੋ ਸਕਦਾ ਹੈ, ਪਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਉਹਨਾਂ ਦੀ ਬਰਾਬਰੀ ਨਹੀਂ ਕਰ ਸਕਦਾ ਜਾਂ ਉਹਨਾਂ ਦੀ ਥਾਂ ਥੋੜਾ ਕੋਈ ਲੈ ਸਕਦਾ ਲੀਡਰ। ਸਾਡੇ ਵਾਸਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਹਿਲਾਂ ਨੇ ਤੇ ਉਸ ਤੋਂ ਬਾਅਦ ਕਿਸੇ ਵੀ ਪਾਰਟੀ ਦੇ ਜਿਹੜੇ ਲੀਡਰ ਨੇ ਉਹ ਬਾਅਦ ਚ ਨੇ। ਸੋ ਉਹ ਬੇਅਦਬੀਆਂ ਦਾ ਜਿਹੜਾ ਮੁੱਦਾ ਸੀ, ਅਸੀਂ ਇਹ ਸਮਝਦੇ ਹਾਂ ਵੀ ਸ਼੍ਰੋਮਣੀ ਅਕਾਲੀ ਦਲ ਦਾ ਉਹਨੇ ਪਿੱਛਾ ਨਹੀਂ ਛੱਡਿਆ। ਸਹੀ ਤਰੀਕੇ ਨਾਲ ਜਾਂਚ ਨਹੀਂ ਹੋਈ। ਜੇ ਜਾਂਚ ਹੋਈ ਤੇ ਉਹਦੀ ਕੋਈ ਰਿਪੋਰਟ ਸ਼ਾਇਆ ਨਹੀਂ ਹੋ ਸਕੀ। ਰਿਪੋਰਟ ਦੱਬੀ ਰੱਖੀ ਸਹੀ ਤਰੀਕੇ ਦੇ ਨਾਲ। ਕਹਿਣ ਤੋਂ ਭਾਵ ਲੋਕਾਂ ਦੇ ਵਿੱਚ ਭਰੋਸਾ ਬਣਾਉਣ ਵਾਲੀ ਕੋਈ ਕਾਰਵਾਈ ਜਿਹੜੀ ਉਹ ਨਾ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਹੋਈ ਏ ਤੇ ਉਸ ਤੋਂ ਬਾਅਦ ਕਾਂਗਰਸ ਦਾ 5 ਸਾਲ ਰਾਜ ਰਿਹਾ ਹੈ, ਜਦ ਕਿ ਕਾਂਗਰਸ ਵੀ ਇਸ ਦਾਅਵੇ ਦੇ ਨਾਲ ਆਈ ਸੀ ਵੀ ਅਸੀਂ ਨਸ਼ਾ ਖਤਮ ਕਰਾਂਗੇ,
ਅਸੀਂ ਬੇਅਦਬੀਆਂ ਦਾ ਜਿਹੜਾ ਉਹ ਜਾਂਚ ਕਰਵਾ ਕੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਅਸੀਂ ਸਜ਼ਾ ਦਿਵਾਵਾਂਗੇ। ਤੇ ਸਾਥੀਓ 5 ਸਾਲ ਬੀਤ ਜਾਣ ਤੋਂ ਬਾਅਦ ਉਹ ਜਿਹੜਾ ਬੇਅਦਬੀਆਂ ਦਾ ਮੁੱਦਾ ਸੀ ਉਹ ਉੱਥੇ ਦੀ ਉੱਥੇ ਹੀ ਖੜਾ ਰਿਹਾ। ਉਹਦੇ ਵਿੱਚ ਕੋਈ ਫੈਸਲਾ ਨਹੀਂ ਉਹਦਾ ਕੋਈ ਨਿਕਲ ਸਕਿਆ, ਕੋਈ ਉਹਦਾ ਨਤੀਜਾ ਨਹੀਂ ਆ ਸਕਿਆ। ਤੇ ਜਿਸ ਕਰਕੇ ਸ਼੍ਰੋਮਣੀ ਅਕਾਲੀ ਦਲ ਸੀ ਜਿਹੜਾ ਉਹ ਲੋਕਾਂ ਦੀ ਨਿਗਾਹ 'ਚ ਪ੍ਰਵਾਨ ਨਹੀਂ ਹੋ ਸਕਿਆ। ਤੇ ਵੱਡੇ ਥੰਮਾਂ ਦੇ ਢਹਿਣ ਦਾ ਜਿਹੜਾ ਕਾਰਨ ਸੀ ਉਹ ਵੀ ਇਹ ਸੀ ਕਿ ਚਿਰਾਂ ਤੋਂ ਉਹੀ ਗੱਲਾਂ, ਉਹੀ ਵਿਚਾਰ, ਉਹੀ ਕੰਮ ਕਰਨ ਦੀ ਸ਼ੈਲੀ, ਲੋਕਾਂ ਨੇ ਸੋਚਿਆ ਵੀ ਜੇ ਇਹਨਾਂ ਨੂੰ ਫਿਰ ਰਿਪੀਟ ਕਰ ਦਿੱਤਾ ਜਾਂਦਾ ਇਹਨਾਂ ਕੋਲ ਨਵਾਂਪਣ ਤਾਂ ਕੁਝ ਹੈ ਕੋਈ ਨਹੀਂ। ਕਿਉਂਕਿ ਸਾਥੀਓ ਜਿਹੜੀ ਅੱਜ ਦੀ ਨੌਜਵਾਨ ਪੀੜ੍ਹੀ ਹੈ ਨਾ ਉਹ ਬੜੀ ਨਿਰਾਸ਼ ਹੈ ਮੌਜੂਦਾ ਸਿਸਟਮ ਤੋਂ। ਜਿਹੜੀ ਯੰਗੈਸਟ ਨੇ ਜਿਹੜੇ ਉਹ ਮੌਜੂਦਾ ਬਜ਼ੁਰਗ ਲੀਡਰਸ਼ਿਪ ਤੋਂ ਬੜੇ ਨਾਰਾਜ਼ ਸੀ। ਤੇ ਜਿਸ ਕਰਕੇ ਆਮ ਆਦਮੀ ਪਾਰਟੀ ਨੂੰ ਪੰਜਾਬੀਆਂ ਨੇ ਭਰਵਾਂ ਹੁੰਗਾਰਾ, ਬਲਕਿ ਬਹੁਤ ਹੀ ਭਰਵਾਂ ਹੁੰਗਾਰਾ ਦੇ ਕੇ ਤੇ ਸੱਤਾ ਤੇ ਬਿਰਾਜਮਾਨ ਕੀਤਾ ਹੈ। ਸਾਥੀਓ ਪੰਜਾਬੀਓ ਸਾਰੀਆਂ ਪਾਰਟੀਆਂ ਦੇ ਜਿਹੜੇ ਪ੍ਰਧਾਨ ਸਾਹਿਬਾਨ ਨੇ ਉਹਨਾਂ ਨੂੰ ਆਪਣੇ ਗਿਰੀਵਾਨ ਮਹਿ ਸਿਰ ਨੀਵਾਂ ਕਰ ਦੇਖ, ਉਹਨਾਂ ਨੂੰ ਆਪਦੀ ਕਾਬਲੀਅਤ ਦਾ ਵੀ ਵਿਸ਼ਲੇਸ਼ਣ ਕਰਨਾ ਪੈਣਾ ਹੈ ਕਿ ਉਹਨਾਂ ਦੀ ਪ੍ਰਧਾਨਗੀ ਦੇ ਵਿੱਚ ਪਾਰਟੀ ਨੇ ਕਿੰਨੀਆਂ ਕੁ ਮੱਲਾਂ ਮਾਰੀਆਂ ਜਾਂ ਪਾਰਟੀ ਲੋਕਾਂ ਦੇ ਕਿੰਨੇ ਕੁ ਨੇੜੇ ਹੋ ਸਕੀ। ਇਹ ਪ੍ਰਧਾਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬਾਨ, ਕਾਂਗਰਸ ਦੇ ਪ੍ਰਧਾਨ ਸਾਹਿਬਾਨ, ਹੋਰ ਜਿਹੜੀਆਂ ਪਾਰਟੀਆਂ ਨੇ ਉਹਨਾਂ ਸਾਰਿਆਂ ਦੇ ਪ੍ਰਧਾਨ ਸਾਹਿਬਾਨ ਨੂੰ ਖੁਦ ਆਪ ਅਸਤੀਫਿਆਂ ਦੀ ਵੀ ਪੇਸ਼ਕਸ਼ ਕਰਨੀ ਚਾਹੀਦੀ ਹੈ। ਕਿਉਂਕਿ ਕੋਈ ਪਾਰਟੀ ਦੇ ਵਿੱਚ ਜਿਹੜਾ ਲੋਕਤੰਤਰ ਇੱਕ ਤਾਂ ਉਹ ਮਜ਼ਬੂਤ ਹੋਵੇਗਾ, ਇੱਕ ਜੇ ਕੋਈ ਨਵਾਂ ਪ੍ਰਧਾਨ ਆਉਂਦਾ ਹੈ ਤੇ ਉਹ ਆਪਣੀ ਕਾਰਜਸ਼ੈਲੀ ਦੇ ਨਾਲ ਪਾਰਟੀ ਨੂੰ ਉਤਾਂਹ ਲੈ ਜਾਣ ਦੀ ਸਮਰੱਥਾ ਰੱਖਦਾ ਹੈ। ਤੇ ਸਾਥੀਓ ਉਹਦੇ 'ਚ ਹਰਜੀ ਕੀ ਹੈ? ਕੋਈ ਜ਼ਰੂਰੀ ਥੋੜ੍ਹਾ ਵੀ ਇੱਕ ਬੰਦੇ ਨੇ ਰਜਿਸਟਰੀ ਕਰਵਾਈ ਹੋਈ ਹੈ ਵੀ ਪ੍ਰਧਾਨਗੀ ਕੇਵਲ ਉਹਦੇ ਕੋਲ ਹੀ ਰਹਿਣੀ ਹੈ। ਜੇ ਪਾਰਟੀਆਂ ਇੱਕ ਬੰਦੇ ਤੇ ਆਧਾਰਿਤ ਨਹੀਂ ਕਦੀ ਚੱਲ ਸਕਦੀਆਂ ਤੇ ਜਿਨ੍ਹਾਂ ਪਾਰਟੀ ਪ੍ਰਧਾਨਾਂ ਨੇ ਇੱਕ ਅਧਿਕਾਰ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਹੈ ਜਾਂ ਤਾਨਾਸ਼ਾਹੀ ਤਰੀਕੇ ਦੇ ਨਾਲ ਪਾਰਟੀਆਂ ਨੂੰ ਚਲਾਉਣ ਦੀ ਕੋਸ਼ਿਸ਼ ਕੀਤੀ ਹੈ, ਸਾਥੀਓ ਉਹ ਪਾਰਟੀਆਂ ਬਹੁਤਾ ਲੰਮਾ ਸਮਾਂ ਸਟੇ ਨਹੀਂ ਕਰ ਸਕਦੀਆਂ। ਉਹਨਾਂ ਪਾਰਟੀਆਂ ਦਾ ਲੰਮਾ ਸਮਾਂ ਲੋਕ ਮਨਾਂ ਤੇ ਬਣੇ ਰਹਿਣਾ ਇਹ ਅਸੰਭਵ ਹੋ ਜਾਂਦਾ ਹੈ। ਸੋ ਇਸ ਕਰਕੇ ਇਹਨਾਂ ਨਤੀਜਿਆਂ ਨੇ ਸਾਨੂੰ ਇਹ ਸਬਕ ਦਿੱਤਾ ਹੈ ਕਿ ਜੇਕਰ ਅਸੀਂ ਕੰਮ ਕਰਾਂਗੇ ਤੇ ਲੋਕਾਂ ਦੇ ਵਿੱਚ ਅਸੀਂ ਮਾਣ ਪ੍ਰਾਪਤ ਕਰਾਂਗੇ, ਦੁਬਾਰਾ ਰੀ-ਇਲੈਕਟ ਹੋ ਜਾਵਾਂਗੇ। ਤੇ ਸਾਥੀਓ ਜੇ ਕੰਮ ਨਾ ਕਰਾਂਗੇ ਤੇ ਹੁਣ ਉਹ ਸਮਾਂ ਤੇ ਰਿਹਾ ਨਹੀਂ ਜਦੋਂ ਲੋਕਾਂ ਨੂੰ ਪਾਰਟੀਆਂ ਜਜ਼ਬਾਤੀ ਕਰਕੇ ਉਹਨਾਂ ਦੇ ਜਜ਼ਬਾਤਾਂ ਨੂੰ ਵੋਟਾਂ ਦੇ ਵਿੱਚ ਕਨਵਰਟ ਕਰਕੇ ਤੇ ਆਪ ਜਿੱਤ ਜੁੱਤ ਜਾਂਦੀਆਂ ਸੀ। ਉਹ ਹੁਣ ਸਮਾਂ ਨਹੀਂ ਰਹਿ ਗਿਆ। ਹੁਣ ਤਾਂ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਤੇ ਲੋਕ ਸਾਰਾ ਕੁਝ ਜਾਣਦੇ ਨੇ, ਸਾਰਾ ਕੁਝ ਵੇਖਦੇ ਨੇ, ਸਾਰਾ ਕੁਝ ਪਰਖਦੇ ਨੇ, ਸਭ ਕੁਝ ਪਤਾ ਹੈ ਲੋਕਾਂ ਨੂੰ ਅੱਜ। ਸੋ ਇਸ ਕਰਕੇ ਬੇਨਤੀ ਹੈ ਵੀ ਆਪੋ ਆਪਣੇ ਪੱਧਰ ਤੇ ਸਾਰੀਆਂ ਪਾਰਟੀਆਂ ਆਤਮ ਵਿਸ਼ਲੇਸ਼ਣ ਕਰਨ, ਹਾਰਾਂ ਦੇ ਕਾਰਨਾਂ ਨੂੰ ਪੜਚੋਲ ਕਰਕੇ ਤੇ ਉਹਨਾਂ ਦਾ ਸਾਰਥਕ ਹੱਲ ਕੱਢ ਕੇ ਤੇ ਇੱਕ ਪੋਜ਼ਿਟਿਵ ਵਿਰੋਧੀ ਧਿਰ ਦਾ ਰੋਲ ਨਿਭਾ ਕੇ ਹੋਛਾਪਣ ਨਹੀਂ, ਹੋਛੇਪਣ ਦੀ ਰਾਜਨੀਤੀ ਨਹੀਂ, ਇੱਕ ਸੁਗੜਤਾ ਭਰਿਆ ਵਿਰੋਧੀ ਧਿਰ ਦਾ ਰੋਲ ਅਦਾ ਕਰਕੇ 20 ਪਾਰਟੀਆਂ ਜਿਹੜੀਆਂ ਨੇ ਉਹ ਮੁੜ ਤੋਂ ਆਪਣੀ ਥਾਂ ਲੋਕਾਂ ਦੇ ਦਿਲਾਂ 'ਚ ਬਣਾ ਸਕਦੀਆਂ ਨੇ। ਤੇ ਆਮ ਆਦਮੀ ਪਾਰਟੀ ਨੂੰ ਵਧਾਈਆਂ ਦਿੰਦਿਆਂ ਹੋਇਆਂ ਗੱਲ ਆਪਾਂ ਇੱਥੇ ਨਿਬੇੜੀਏ ਕਿ ਆਮ ਆਦਮੀ ਪਾਰਟੀ ਨੂੰ ਜਿਸ ਭਰੋਸੇ ਦੇ ਨਾਲ, ਜਿਸ ਯਕੀਨ ਦੇ ਨਾਲ ਪੰਜਾਬੀਆਂ ਨੇ ਸੱਤਾ ਤੇ ਬਿਠਾਇਆ ਹੈ, ਉਹ ਭਰੋਸੇ ਦਾ, ਉਸ ਵਿਸ਼ਵਾਸ ਦਾ ਪੂਰਨ ਰੂਪ ਦੇ ਵਿੱਚ ਮਾਣ ਸਤਿਕਾਰ ਕੀਤਾ ਜਾਏਗਾ ਤੇ ਪੰਜਾਬ ਨੂੰ ਇੱਕ ਨਵੇਂ ਰਾਹ ਤੇ ਤੋਰਿਆ ਜਾਏਗਾ। ਪੰਜਾਬ ਜਿਹੜਾ ਗੁਰਾਂ ਦੇ ਨਾਂ ਤੇ ਵਸਦਾ ਹੈ, ਅੱਜ ਉਹ ਨਸ਼ੇ ਦੇ ਨਾਂ ਤੇ,
ਕਰਪਸ਼ਨ ਦੇ ਨਾਂ ਤੇ ਹੋਰ ਪਤਾ ਨਹੀਂ ਕਿੰਨੀਆਂ ਕੁ ਜਿਹੜੀਆਂ ਅਲਾਮਤਾਂ ਨੇ ਪੰਜਾਬ ਨੂੰ ਚਿੰਬੜੀਆਂ ਹੋਈਆਂ ਨੇ ਤੇ ਰਲ ਕੇ ਸਾਨੂੰ ਹਮਲਾ ਮਾਰਨਾ ਪੈਣਾ ਤੇ ਪੰਜਾਬ ਦੀ ਹਾਲਤ ਜਿਹੜੀ ਉਹ ਸੁਧਰ ਸਕਦੀ ਹੈ। ਸੋ ਇੰਨੀਆਂ ਬੇਨਤੀਆਂ ਦੇ ਨਾਲ ਭਾਈ ਮਾਨ ਸਿੰਘ ਜੰਡੌਲੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।